ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1368 ਅੰਗ ਤੇ ਵਿਚਾਰ ਕੀਤੀ। 1369 ਅੰਗ ਤੇ ਭਗਤ ਕਬੀਰ ਜੀ ਦੇ ਸ਼ਲੋਕਾਂ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਮਨ ਪੰਖੀ ਭਇਓ, ਉਡ ਉਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈ ਸੋ ਫਲ ਖਾਏ। ਹੇ ਕਬੀਰ, ਇਹ ਮਨ ਪੰਛੀ ਸਮਾਨ ਹੈ, ਜੋ ਉੱਡ ਉੱਡ ਕੇ ਸੰਕਲਪਾਂ ਵਿਕਲਪਾਂ ਦੀਆਂ ਉਡਾਰੀਆਂ ਲਾ ਕੇ ਦਸਾਂ ਦਿਸ਼ਾ ਵਿੱਚ ਜਾਂਦਾ ਰਹਿੰਦਾ ਹੈ। ਇਸ ਮਨ ਪੰਛੀ ਨੂੰ ਜਿੱਥੇ ਜਿਹੋ ਜੀ ਸੰਗਤ ਮਿਲਦੀ ਹੈ, ਉਹ ਉੱਥੇ ਉਸ ਸੰਗਤ ਵਰਗਾ ਹੀ ਫਲ ਖਾਂਦਾ ਹੈ। ਅਰਥਾਤ ਮਨ ਸੰਗਤ ਦੇ ਪ੍ਰਭਾਵ ਨੂੰ ਗ੍ਰਹਿਣ ਕਰਕੇ ਉਸ ਸੰਗਤ ਵਰਗਾ ਹੀ ਚੰਗਾ ਜਾਂ ਮਾੜਾ ਹੋ ਜਾਂਦਾ ਹੈ। ਉੱਥੇ ਜਾ ਗੁਣ ਗ੍ਰਹਿਣ ਕਰ ਲੈਂਦਾ ਹੈ ਅਤੇ ਜਾ ਅਵਗੁਣ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ, ਜਾ ਕੋ ਕਹਿਤਾ ਔਰ। ਕਬੀਰ ਜੀ ਕਹਿੰਦੇ ਹਨ, ਜਿਸ ਨੂੰ ਲੱਭਦੇ ਸੀ ਉਹੀ ਜਗ੍ਹਾ ਪਾ ਲਈ ਹੈ ਅਤੇ ਉਹੀ ਮੁੜ ਕੇ ਤੂੰ ਹੋ ਗਿਆ। ਜਿਸ ਨੂੰ ਪਹਿਲਾਂ ਹੋਰ ਕਹੀਦਾ ਸੀ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੇ ਉਹ ਚੀਰੀਐ, ਸਾਕਤ ਸੰਗ ਨਾ ਹੋਰ। ਕਬੀਰ ਜੀ ਕਹਿੰਦੇ ਹਨ, ਕੁਸੰਗਤ ਖੋਟੀ ਸੰਗਤ ਦੀ ਮਾਰਦੀ ਹੈ। ਜਿਹੜੀ ਬੇਰੀ ਕੇਲੇ ਦੇ ਪਾਸ ਹੋਵੇ, ਉਹ ਹਵਾ ਨਾਲ ਝੂਲਦੀ ਹੈ ਤੇ ਉਸਦਾ ਸੰਗੀ ਕੇਲਾ ਉਸ ਬੇਰੀ ਦੇ ਕੰਡਿਆਂ ਨਾਲ ਚਰਿੰਦਾ ਹੈ। ਸੋ ਤੂੰ ਵੀ, ਹੇ ਕਬੀਰ, ਮਾਇਆ ਦੇ ਉਪਾਸਕਾਂ ਦੀ ਸੰਗਤ ਵੱਲ ਨਾ ਵੇਖ। ਕਬੀਰ ਭਾਰ ਪਰਾਈ ਸਿਰ ਚਰੈ, ਚਲੋ ਚਾਹੇ ਬਾਟ। ਆਪਣੇ ਭਾਰੇ ਨਾ ਡਰੈ, ਆ ਗਏ ਔਕਟ ਕਾਟ। ਕਬੀਰ ਜੀ ਕਹਿੰਦੇ ਹਨ, ਪਰਾਇਆ ਭਾਰ ਨਿੰਦਿਆ ਦਾ ਸਿਰ ਤੇ ਚੜ੍ਹਦਾ ਜਾਂਦਾ ਹੈ ਅਤੇ ਤੂੰ ਇਸ ਨੂੰ ਚੁੱਕ ਕੇ ਪੈਂਡਾ ਕਰਨਾ ਚਾਹੁੰਦਾ ਹੈ। ਤੂੰ ਆਪਣੇ ਮਾੜੇ ਕਰਮਾਂ ਦੇ ਭਾਰ ਤੋਂ ਨਹੀਂ ਡਰਦਾ। ਅੱਗੇ ਬੜਾ ਔਖਾ ਰਸਤਾ ਹੈ, ਜਿਹੜਾ ਇਤਨਾ ਭਾਰ ਸਿਰ ਤੇ ਚੁੱਕ ਕੇ ਚੜ੍ਹਨਾ ਬੜਾ ਕਠਿਨ ਹੈ। ਕਬੀਰ ਬਨ ਕੀ ਦਾਧੀ ਲਾ ਕਰੀ, ਠਾਡੀ ਕਰੈ ਪੁਕਾਰ। ਮਤ ਬਸ ਪਰਿਓ ਲੁਹਾਰ ਕੇ, ਜਾ ਰਹਿ ਦੂਜੀ ਬਾਰ। ਕਬੀਰ ਜੀ ਕਹਿੰਦੇ ਹਨ, ਜੰਗਲ ਦੀ ਸੜੀ ਹੋਈ ਲੱਕੜ ਖੜੀ ਖਲੋਤੀ ਹੋਈ ਪੁਕਾਰ ਕਰਦੀ ਹੈ ਕਿ ਮੈਂ ਕਿਤੇ ਲੁਹਾਰ ਦੇ ਵਸ ਨਾ ਪੈ ਜਾਵਾਂ, ਜਿਹੜਾ ਮੈਨੂੰ ਇੱਕ ਵਾਰ
ਸੜੀ ਹੋਈ ਨੂੰ ਫੇਰ ਦੂਜੀ ਵਾਰ ਕੋਇਲੇ ਕਰਕੇ ਸਾੜੇ। ਕਬੀਰ ਏਕ ਮਰਨ ਤੇ ਦੋਏ ਮੁਏ, ਦੋਏ ਮਰਨ ਤੈ ਚਾਰ, ਚਾਰ ਮਰਨ ਤੈ ਛੈ ਮੁਏ, ਚਾਰ ਪੁਰਖ ਦੋਏ ਨਾਰ। ਏ ਕਬੀਰ, ਇੱਕ ਮਨ ਦੇ ਮਰਨ ਨਾਲ ਦੋ ਮਾਨ ਅਪਮਾਨ ਮਰ ਗਏ। ਇਹਨਾਂ ਦੋਵਾਂ ਦੇ ਮਰਨ ਨਾਲ ਚਾਰ ਕਾਮ, ਕ੍ਰੋਧ, ਲੋਭ ਤੇ ਮੋਹ ਮਰ ਗਏ। ਇਹਨਾਂ ਛੇਆਂ ਵਿੱਚ ਦੋ ਇਸਤਰੀਆਂ ਆਸਾ, ਤ੍ਰਿਸ਼ਨਾ ਅਤੇ ਚਾਰ ਮਰਦ ਕਾਮ, ਕ੍ਰੋਧ, ਲੋਭ, ਮੋਹ ਹਨ। ਕਬੀਰ ਦੇਖ ਦੇਖ ਜਗ ਢੂੰਡਿਆ, ਕਿਨਹੂ ਨਾ ਪਾਇਆ ਠੌਰ, ਜਿਨ ਹਰ ਕਾ ਨਾਮ ਨਾ ਚੇਤੋ, ਕਹਾਂ ਭੁਲਾਨੇ ਔਰ। ਕਬੀਰ ਜੀ ਕਹਿੰਦੇ ਹਨ, ਜਗਤ ਨੂੰ ਵੇਖ ਵੇਖ ਕੇ ਪੂਰੇ ਧਿਆਨ ਨਾਲ ਢੂੰਡ ਵੇਖਿਆ ਹੈ, ਕਿਤੇ ਮੈਂ ਸਥਿਰਤਾ ਨਹੀਂ ਪਾਈ। ਜਿਸ ਨੇ ਹਰੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਉਹ ਹੋਰ ਕਿਤੇ ਭਟਕਦੇ ਫਿਰਦੇ ਹਨ। ਅਰਥਾਤ ਹਰੀ ਨਾਮ ਹੀ ਇੱਕ ਐਸੀ ਠੋਰ ਹੈ ਜਿੱਥੇ ਮਨ ਦੀ ਸਥਿਰਤਾ, ਸ਼ਾਂਤੀ ਪਾਈ ਜਾਂਦੀ ਹੈ। ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੈ ਨਿਰਬਾਹੋ, ਸਾਕਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹੋ। ਕਬੀਰ ਜੀ ਕਹਿੰਦੇ ਹਨ, ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਅੰਤ ਨੂੰ ਸਹਾਇਤਾ ਕਰਦੀ ਹੈ, ਪਰੰਤੂ ਵਾਹਿਗੁਰੂ ਵੱਲੋਂ ਬੇਮੁਖ ਦਾ ਮੇਲ ਮਿਲਾਪ ਨਾ ਕਰੀਏ, ਜਿਸ ਨਾਲ ਆਤਮ ਸੁਖ ਦਾ ਨਾਸ ਹੋ ਜਾਂਦਾ ਹੈ। ਕਬੀਰ ਜਗ ਮੈਂ ਚੇਤੋ ਜਾਨ ਕੈ, ਜਗ ਮਹਿ ਰਹਿਓ ਸਮਾਈ, ਜਿਨ ਹਰ ਕਾ ਨਾਮ ਨਾ ਚੇਤੋ, ਬਾਧੇ ਜਨਮੇ ਆਏ। ਕਬੀਰ ਜੀ ਕਹਿੰਦੇ ਹਨ, ਜਿਨ੍ਹਾਂ ਨੇ ਜਗਤ ਵਿੱਚ ਵਾਹਿਗੁਰੂ ਨੂੰ ਪਛਾਣ ਕੇ ਸਿਮਰਿਆ ਹੈ ਕਿ ਉਹ ਸਾਰੇ ਜਗਤ ਵਿੱਚ ਵਿਆਪਕ ਹੈ, ਉਹਨਾਂ ਦਾ ਜਗ ਵਿੱਚ ਜਨਮ ਲੈਣਾ ਹੀ ਸਫਲ ਹੈ। ਪਰੰਤੂ ਜਿਨ੍ਹਾਂ ਨੇ ਜਨਮ ਲੈ ਕੇ ਹਰੀ ਦਾ ਨਾਮ ਨਹੀਂ ਸਿਮਰਿਆ, ਉਹ ਬੇਅਰਥ ਹੀ ਆਣ ਕੇ ਜੰਮੇ ਹਨ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ, ਨਰਕੇ ਪਰਹਿ ਤੇ ਮਾਨੀ, ਜੋ ਹਰ ਨਾਮ ਉਦਾਸ। ਕਬੀਰ ਜੀ ਕਹਿੰਦੇ ਹਨ, ਇੱਕ ਵਾਹਿਗੁਰੂ ਦੀ ਆਸ ਕਰਨੀ ਚਾਹੀਦੀ ਹੈ, ਹੋਰਨਾਂ ਦੀ ਆਸ ਨਿਰਾਸ਼ ਕਰਨ ਵਾਲੀ ਹੁੰਦੀ ਹੈ। ਉਹ ਮਨੁੱਖ ਨਰਕਾਂ ਵਿੱਚ ਪੈਂਦੇ ਹਨ ਜੋ ਹਰੀ ਨਾਮ ਵੱਲੋਂ ਉਦਾਸ ਬੇਮੁਖ ਰਹਿੰਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, बीचै अटक्यो चीत। ਕਬੀਰ ਜੀ ਕਹਿੰਦੇ ਹਨ, ਸਿੱਖ ਚੇਲੇ ਸਾਖਾ ਮਿੱਤਰ ਬਹੁਤ ਕਰ ਲਏ, ਪਰ ਪਰਮਾਤਮਾ ਨੂੰ
ਮਿੱਤਰ ਨਾ ਕੀਤਾ। ਜਦ ਪਰਮਾਤਮਾ ਨੂੰ ਮਿਲਣ ਵਾਸਤੇ ਚੱਲੇ ਤਾਂ ਮਨ ਰਾਹ ਵਿੱਚ ਹੀ ਅਟਕ ਗਿਆ। ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਈ। ਜਹ ਜਹ ਡਾਲੀ ਪਗ ਧਰਿਓ, ਸੋਈ ਮੁਰ ਮੁਰ ਜਾਏ। ਕਬੀਰ ਜੀ ਕਹਿੰਦੇ ਹਨ, ਕਿਸੇ ਕੰਮ ਦੇ ਕਰਨ ਵਾਸਤੇ ਉਸ ਦਾ ਸਬਬ ਵਿਚਾਰਾ ਕੀ ਕਰ ਸਕਦਾ ਹੈ। ਜੇਕਰ ਪਰਮਾਤਮਾ ਹੀ ਸਹਾਇਤਾ ਨਾ ਕਰੇ, ਬ੍ਰਿਛ ਦੀ ਚੋਟੀ ਉੱਤੇ ਜਾਣ ਵਾਸਤੇ ਜਿਸ ਜਿਸ ਟਾਹਣੀ ਤੇ ਪੈਰ ਧਰਦਾ ਹਾਂ ਉਹ ਟੁੱਟ ਜਾਂਦੀ ਹੈ। ਭਾਵ ਪਰਮਾਤਮਾ ਨੂੰ ਮਿਲਣ ਵਾਸਤੇ ਜਪ ਤਪ ਕੀ ਕਰਨਗੇ, ਜੇਕਰ ਪਰਮਾਤਮਾ ਆਪ ਹੀ ਆਪਣੇ ਮਿਲਾਪ ਵਾਸਤੇ ਪੁਰਸ਼ ਦੀ ਸਹਾਇਤਾ ਨਹੀਂ ਕਰੇਗਾ। ਜਿਹੜਾ ਵੀ ਕੋਈ ਮਿਲਾਪ ਦੀ ਸਹਾਇਤਾ ਵਾਸਤੇ ਕੰਮ ਕਰਦਾ ਹੈ, ਉਹ ਸਾਥ ਨਹੀਂ ਦਿੰਦਾ ਤੇ ਕੰਮ ਸਿਰੇ ਨਹੀਂ ਚੜਦਾ। ਕਬੀਰ ਔਰੈ ਕੋ ਉਪਦੇਸ ਤੇ, ਮੁਖ ਮੈਂ ਪਰੀ ਹੈ ਰੇਤ। ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਏ ਕਬੀਰ, ਜੋ ਲੋਕ ਹੋਰਨਾਂ ਨੂੰ ਉਪਦੇਸ਼ ਕਰਦੇ ਹਨ ਪਰ ਆਪ ਉਸ ਨੂੰ ਨਹੀਂ ਕਮਾਉਂਦੇ, ਉਹਨਾਂ ਦੇ ਮੂੰਹ ਵਿੱਚ ਬੁਰਾਈਆਂ ਦੀ ਰੇਤ ਪੈਂਦੀ ਹੈ। ਐਸੇ ਪੁਰਸ਼ ਦੂਜਿਆਂ ਦੀ ਪੂਜਾ, ਉਪਦੇਸ਼ਮਈ ਸਿੱਖਿਆ ਹੀ ਗੱਲਾਂ ਕਰਨ ਵਾਸਤੇ ਯਾਦ ਰੱਖਦੇ ਹਨ, ਪਰ ਉਹਨਾਂ ਨੇ ਆਪਣੇ ਹਿਰਦੇ ਦੇ ਸ਼ੁਭ ਗੁਣਾਂ ਦਾ ਖੇਤ ਖਾ ਲਿਆ ਹੈ। ਅਰਥਾਤ ਕੋਈ ਸ਼ੁਭ ਗੁਣ ਸੁਣਿਆ ਸੁਣਾਇਆ ਹਿਰਦੇ ਵਿੱਚ ਉਹਨਾਂ ਨੇ ਨਹੀਂ ਵਸਾਇਆ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ। ਹੋਨਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਕਬੀਰ ਜੀ ਕਹਿੰਦੇ ਹਨ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰਹੀਏ ਅਤੇ ਜੌਆਂ ਦੀ ਪੱਕਦੀ ਹੋਈ ਰੋਟੀ ਖਾਈਏ। ਫਿਰ ਹੋਣ ਵਾਲੀ ਮਾੜੀ ਚੰਗੀ ਗੱਲ ਜੋ ਹੋਵੇ ਉਹ ਹੋ ਜਾਵੇ, ਪਰ ਮਨਮੁਖ ਪੁਰਸ਼ ਨਾਲ ਕਦਾਚਿਤ ਨਾ ਜਾਈਏ ਅਤੇ ਉਸਦੀ ਸੰਗਤ ਨਾ ਕਰੀਏ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਕਬੀਰ ਜੀ ਕਹਿੰਦੇ ਹਨ, ਸਾਧੂ ਭਲੇ ਪੁਰਸ਼ ਦੀ ਸੰਗਤ ਕਰਨ ਨਾਲ ਦਿਨੋਂ ਦਿਨ ਪਰਮਾਤਮਾ ਨਾਲ ਪ੍ਰੇਮ ਵੱਧਦਾ ਹੈ, ਪਰ ਮਨਮੁਖ ਪੁਰਸ਼ ਕਾਲੀ ਕੰਬਲੀ ਵਾਂਗੂ ਹੁੰਦਾ ਹੈ, ਜੋ ਧੋਣ ਨਾਲ ਕਦੀ ਵੀ ਚਿੱਟੀ ਨਹੀਂ ਹੁੰਦੀ। ਅਰਥਾਤ ਮਨਮੁਖ ਦਾ ਹਿਰਦਾ ਪਾਪਾਂ ਨਾਲ ਇਤਨਾ ਕਾਲਾ ਹੋਇਆ ਹੁੰਦਾ ਹੈ ਕਿ ਉਸ ਨੂੰ ਭਾਵੇਂ ਕਿਤਨਾ ਹੀ ਉਪਦੇਸ਼ ਕਰੀਏ ਤੇ ਸਮਝਾਈਏ, ਪਰ ਕਦੀ ਨਿਰਮਲ ਨਹੀਂ ਹੁੰਦਾ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਕਬੀਰ ਜੀ ਕਹਿੰਦੇ ਹਨ,
ਜੇਕਰ ਆਪਣਾ ਮਨ ਨਹੀਂ ਮੁੰਨਿਆ, ਸਾਫ਼ ਨਹੀਂ ਕੀਤਾ, ਤਾਂ ਫਿਰ ਸਿਰ ਦੇ ਵਾਲ ਕਿਸ ਲਈ ਮੁੰਨਾਏ। ਕਿਉਂਕਿ ਜੋ ਕੁਝ ਵੀ ਚੰਗਾ ਮਾੜਾ ਕਰਦਾ ਹੈ ਉਹ ਮਨ ਹੀ ਕਰਦਾ ਹੈ। ਸਿਰ ਨੂੰ ਐਵੇਂ ਬੇਅਰਥ ਹੀ ਮੁੰਨਾ ਲਿਆ, ਉਸ ਵਿਚਾਰੇ ਦਾ ਕੀ ਦੋਸ਼ ਹੈ। ਕਬੀਰ ਰਾਮ ਨਾ ਛੋੜੀਐ, ਤਨ ਧਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਧਿਆ, ਰਾਮੇ ਨਾਮ ਸਮਾਓ। ਕਬੀਰ ਜੀ ਕਹਿੰਦੇ ਹਨ, ਪਰਮਾਤਮਾ ਦੇ ਨਾਮ ਨੂੰ ਕਦੀ ਨਾ ਛੱਡੀਏ। ਜੇ ਸਰੀਰ ਅਤੇ ਧਨ ਚਲਿਆ ਜਾਏ, ਨਾਸ ਹੋ ਜਾਏ ਤਾਂ ਬੇਸ਼ੱਕ ਚਲਿਆ ਜਾਏ, ਪਰ ਚਿੱਤ ਪ੍ਰਭੂ ਦੇ ਚਰਨ ਕਮਲਾਂ ਵਿੱਚ ਜੁੜਿਆ ਰਹੇ ਅਤੇ ਪ੍ਰਭੂ ਦੇ ਨਾਮ ਵਿੱਚ ਲਿਵਲੀਨ ਰਹੇ। ਕਬੀਰ ਜੋ ਹਮ ਜਨਤ ਬਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੈ, ਚਲੇ ਬਜਾਵਨ ਹਾਰ। ਕਬੀਰ ਜੀ ਕਹਿੰਦੇ ਹਨ, ਅਸੀਂ ਜਿਹੜਾ ਸਰੀਰ ਦਾ ਵਾਜਾ ਸੰਕਲਪਾਂ ਵਿਕਲਪਾਂ ਦਾ ਵਜਾਉਂਦੇ ਸੀ, ਉਸ ਦੀਆਂ ਸਾਰੀਆਂ ਮੋਹ ਰੂਪ ਤਾਰਾਂ ਟੁੱਟ ਗਈਆਂ। ਹੁਣ ਵਾਜਾ ਵਿਚਾਰਾ ਕੀ ਕਰ ਸਕਦਾ ਹੈ, ਜਦ ਉਸ ਨੂੰ ਵਜਾਉਣ ਵਾਲਾ ਮਨ ਹੀ ਚਲਿਆ ਸ਼ਾਂਤ ਹੋ ਗਿਆ ਹੈ। ਕਬੀਰ ਮਾਏ ਮੁੰਡਿਓ, ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੂਬੇ ਚਹੁ ਬੇਦ ਮਹਿ, ਚੇਲੇ ਦੀਏ ਬਹਾਏ। ਕਬੀਰ ਜੀ ਕਹਿੰਦੇ ਹਨ, ਉਸ ਗੁਰੂ ਦੀ ਮਾਤਾ ਦਾ ਸਿਰ ਮੁੰਨ ਦੋ, ਜਿਸ ਪਾਸੋਂ ਮਨ ਦਾ ਸੰਸਾ ਨਿਵ੍ਰਿਤ ਨਾ ਹੋਵੇ। ਐਸੇ ਗੁਰੂ ਆਪ ਕਰਮ ਕਾਂਡ ਦੇ ਭਰਮ ਵਿੱਚ ਪੈ ਕੇ ਡੁੱਬ ਗਏ ਹਨ ਅਤੇ ਚੇਲਿਆਂ ਨੂੰ ਵੀ ਉਸ ਕਰਮ ਕਾਂਡ ਵਿੱਚ ਰੋੜ ਦਿੱਤਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਕੱਲ 1370 ਅੰਗ ਤੇ ਵਿਚਾਰ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।